क्योंकि किसी ने पंजाब दे विच अजे तक हिम्मत नहीं की सी, किसी ने भी। बिल्कुल असीं सरेआम कहंदे हां, असीं सरेआम अखबारां दे विच लिखिआ है कि ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਕੇਵਲ ਐਲਾਨ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਝੂਠ ਬੋਲਦੇ ਹੋ। ਸ਼ਰਮਾ ਜੀ, ਅਸੀਂ ਚਾਹੁੰਦੇ ਹਾਂ ਤੁਹਾਡੀ ਡਿਮਾਂਡ ਮੰਨਣਾ, ਲੇਕਿਨ ਕੀ ਕਰੀਏ, ਨੰਬਰਸ ਗੇਮ ਹੁੰਦੀ ਹੈ ਤੇ ਦਿੱਕਤ ਹੋ ਜਾਏਗੀ ਸਾਨੂੰ। ਮੈਂ ਕਿਹਾ ਸਾਰੇ ਹੀ ਡਰਦੇ ਰਹੇ ਕਿ ਨਹੀਂ ਦਿੱਕਤ ਹੋ ਜੂਗੀ, ਦਿੱਕਤ ਹੋ ਜੂਗੀ। ਸਾਰੇ ਮਹਿਕਮੇ ਪੰਜਾਬ ਗੌਰਮੈਂਟ ਦੇ ਕਿ ਸਾਰੇ ਮਹਿਕਮਿਆਂ ਦੇ ਵਿੱਚ ਜਨਰਲ ਵਰਗ ਦੇ ਨਾਲ ਧੱਕਾ ਹੋ ਰਿਹਾ ਹੈ, ਸਰਵਿਸਿਜ਼ ਮੈਟਰ ਦੇ ਵਿੱਚ ਖਾਸ ਕਰਕੇ। ਪਰ ਮੈਂ ਈਵਨ ਆਪਣੇ ਨੀਚੇ ਮੈਂਬਰਸ ਨੂੰ ਵੀ ਕਹਿ ਰਿਹਾ ਕਿ ਵੀ ਤੁਸੀਂ ਇੰਜੋਏ ਕਰੋ, ਤੁਹਾਡੀ ਇੰਨੀ ਲੰਬੀ ਇੰਨੀ ਵਧੀਆ ਲੰਮੇ ਅਰਸੇ ਤੋਂ ਤੁਹਾਡੀ ਡਿਮਾਂਡ ਜਿਹੜੀ ਪੈਂਡਿੰਗ ਚੱਲੀ ਆ ਰਹੀ ਸੀ ਉਹ ਮੰਨੀ ਗਈ ਹੈ। ਨਾਓ ਇਟ ਇਜ਼ ਅ ਟਾਈਮ ਫॉर ਇੰਜੋਏਮੈਂਟ। ਕਿ ਜਿਹੜੇ ਲੋਕੀ ਰਿਜ਼ਰਵੇਸ਼ਨ ਦੇ ਖਿਲਾਫ ਜਾਂ ਜਨਰਲ ਵਰਗ ਦੇ ਹਿੱਤਾਂ ਵਾਸਤੇ ਲੜਦੇ ਰਹੇ ਨੇ, ਜਿਨ੍ਹਾਂ ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਵੱਡਾ ਐਲਾਨ ਕੀਤਾ ਗਿਆ, ਜਨਰਲ ਕੈਟਾਗਰੀ ਦੇ ਨਾਲ ਜੁੜਿਆ ਹੋਇਆ ਐਲਾਨ, ਜੋ ਲੌਂਗ ਪੈਂਡਿੰਗ ਡਿਮਾਂਡ ਸੀਗੀ। ਸੋ ਉਸ ਡਿਮਾਂਡ 'ਤੇ ਅਮਲ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਨਰਲ ਕੈਟਾਗਰੀ ਵਾਸਤੇ ਕਮਿਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਉਹ ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ਕਮਿਸ਼ਨ ਬਣ ਚੁੱਕਿਆ ਹੈ। ਅਤੇ ਅਸੀਂ ਅੱਜ ਪਹੁੰਚੇ ਹਾਂ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਾਮ ਲਾਲ ਸ਼ਰਮਾ ਜੀ ਕੋਲੇ ਗੱਲਬਾਤ ਕਰਾਂਗੇ, ਜੋ ਕਾਫੀ ਸਮੇਂ ਤੋਂ ਇਹ ਜਿਹੜੀ ਡਿਮਾਂਡ ਲੈ ਕੇ ਜਾਂਦੇ ਸੀ ਸਰਕਾਰ ਕੋਲੇ ਕਿ ਜਨਰਲ ਕੈਟਾਗਰੀ ਵਾਸਤੇ ਕਮਿਸ਼ਨ ਹੋਣਾ ਚਾਹੀਦਾ ਹੈ, ਤਾਂ ਜੋ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹਦੇ ਉੱਪਰ ਕਮਿਸ਼ਨ ਇੱਕ ਹੋਵੇ ਅਤੇ ਉਹ ਉਸ ਤਰੀਕੇ ਦੇ ਨਾਲ ਕੰਮਕਾਰ ਕਰੇ। ਸੋ ਕੀ ਇਸ ਕਮਿਸ਼ਨ ਦੇ ਵਿੱਚ ਹੋਏਗਾ, ਇਹਦੇ ਨਾਲ ਜਨਰਲ ਕੈਟਾਗਰੀ ਨੂੰ ਕਿਵੇਂ ਫਾਇਦਾ ਹੋਊਗਾ, ਸੋ ਤਮਾਮ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ। ਸ਼ਾਮ ਲਾਲ ਸ਼ਰਮਾ ਜੀ, ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ। ਸ਼ਰਮਾ ਜੀ, ਤੁਸੀਂ ਕਾਫੀ ਜ਼ੋਰ ਲਾਇਆ ਸੀ ਆਪਣੇ ਸਾਥੀਆਂ ਦੇ ਨਾਲ, ਇਹ ਕਮਿਸ਼ਨ ਮਿਲੇ, ਕਮਿਸ਼ਨ ਬਣ ਚੁੱਕਿਆ। ਪੰਜਾਬ ਸਟੇਟ ਕਮਿਸ਼ਨ ਫॉर ਜਨਰਲ ਕੈਟਾਗਰੀ ਨਾਮ ਦਿੱਤਾ ਗਿਆ। ਚੇਅਰਪਰਸਨ ਵੀ ਡਾਕਟਰ ਨਵਜੋਤ ਸਿੰਘ ਦਹੀਆ ਇਹਦੇ ਅਪੋਇੰਟ ਕਰ ਲਏ ਗਏ ਨੇ। ਸੋ ਪਹਿਲਾਂ ਤਾਂ ਇਹ ਦੱਸੋ ਕਿ ਇਹ ਕਮਿਸ਼ਨ ਹੈ ਜਿਹੜਾ ਬੇਸਿਕਲੀ ਦੇਸੀ ਭਾਸ਼ਾ 'ਚ ਇਹਨੂੰ ਸਮਝਾਓ ਵੀ ਕੀ ਹੋਏਗਾ ਇਹਦੇ ਵਿੱਚ, ਅਤੇ ਕਿਵੇਂ ਜਿਹੜੇ ਆ ਮੁੱਦੇ ਆ ਜਨਰਲ ਕੈਟਾਗਰੀ ਦੇ ਇਹਦੇ ਨਾਲ ਰਿਜ਼ੋਲਵ ਹੋ ਸਕਦੇ ਨੇ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਇਸ ਕਵਰੇਜ ਵਾਸਤੇ। ਪੰਜਾਬ ਸਰਕਾਰ ਵੱਲੋਂ ਜਨਰਲ ਕੈਟਾਗਰੀਜ਼ ਦੀ ਵੈਲਫੇਅਰ ਵਾਸਤੇ ਸਟੇਟ ਕਮਿਸ਼ਨ ਬਣਾਇਆ ਗਿਆ ਹੈ। ਅਰੇ ਬੜੀ ਲੰਬੇ ਅਰਸੇ ਤੋਂ ਸਾਡੀ ਮੰਗ ਸੀ, ਬਹੁਤ ਦੇਰ ਤੋਂ ਅਸੀਂ ਲੜਦੇ ਆ ਰਹੇ ਸੀ ਇਸ ਮੰਗ ਨੂੰ ਲੈ ਕੇ, ਅਤੇ 25 ਸਾਲ ਕਹੀਏ ਜਾਂ 30 ਸਾਲ ਕਹੀਏ ਉਹ ਵੀ ਘੱਟ ਨੇ, ਲੇਕਿਨ ਕੋਈ ਸਾਡੀ ਸੁਣਵਾਈ ਨਹੀਂ ਹੋਈ ਸੀ। ਲੇਕਿਨ ਇਹ ਜਿਹੜਾ ਹੁਣ ਕਮਿਸ਼ਨ ਬਣਾਇਆ ਗਿਆ ਹੈ, ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਹੈ, ਉਹਨੂੰ ਜੇ ਆਪਾਂ ਪੜ੍ਹਾਂਗੇ ਉਹਦੇ ਵਿੱਚ ਬਹੁਤ ਵਧੀਆ ਗੱਲਾਂ ਇਹਨਾਂ ਨੇ ਪਾਈਆਂ ਨੇ, ਅਤੇ ਗੁਜਰਾਤ ਪੈਟਰਨ 'ਤੇ ਇਹ ਕਮਿਸ਼ਨ ਬਣਾਇਆ ਗਿਆ ਹੈ। ਸਭ ਤੋਂ ਪਹਿਲਾਂ ਗੁਜਰਾਤ ਗੌਰਮੈਂਟ ਨੇ ਇਹ ਡਿਸਾਈਡ ਕੀਤਾ ਸੀ। ਹਰ ਇੱਕ ਇਹ ਪਰਮਾਨੈਂਟ ਬਾਡੀ ਹੋਏਗੀ, ਇਹਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਹੋਣਗੇ, ਅਤੇ ਬਕਾਇਦਾ ਇੱਕ ਜਿਵੇਂ SS ਬੋਰਡ ਹੈਗਾ, ਇੱਕ ਅਦਾਰਾ ਹੈਗਾ, ਉਸ ਤਰੀਕੇ ਦਾ ਬਣੇਗਾ। ਸਰਕਾਰ ਇਸ ਨੂੰ ਗ੍ਰਾਂਟ ਵੀ ਦੇਗੀ, ਲੇਕਿਨ ਕੁਝ ਜਿਹੜੇ ਮੈਂਬਰ ਨੇ ਉਹ ਸਰਕਾਰ ਅਪੁਆਇੰਟ ਕਰੇਗੀ। ਜਿਵੇਂ ਚੇਅਰਪਰਸਨ ਨੇ ਡਾਕਟਰ ਨਵਜੋਤ ਸਿੰਘ ਨੇ, ਆਪਣੇ ਡਾਕਟਰ ਨੇ ਆਰਥੋਪੈਡਿਕਸ ਦੇ ਜਲੰਧਰੋਂ, ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ। ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੀ ਉਹ ਸਟੇਟ ਪ੍ਰੈਜ਼ੀਡੈਂਟ ਨੇ, ਅਤੇ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਟੈਲੀਫੋਨ 'ਤੇ। ਅਸੀਂ ਬੜੇ ਛੇਤੀ ਹੀ ਉਹਨਾਂ ਨਾਲ ਸੰਪਰਕ ਵੀ ਅਸੀਂ ਕਰਨ ਜਾ ਰਹੇ ਹਾਂ ਜਲੰਧਰ। ਅਤੇ ਇਹ ਹੋ ਗਿਆ ਇੱਕ ਚੇਅਰਪਰਸਨ ਹੋ ਗਏ, ਵਾਈਸ ਚੇਅਰਪਰਸਨ ਹੋ ਗਏ, 3 ਮੈਂਬਰਸ ਹੋ ਗਏ, ਅਤੇ ਸਰਕਾਰ ਹੋਰ ਵੀ ਨੋਮੀਨੇਟ ਕਰ ਸਕਦੀ ਹੈ। ਮੈਂਬਰ ਸੈਕਟਰੀ ਵੀ ਹੋਏਗਾ ਅਤੇ ਰਿਕਮੈਂਡੇਸ਼ਨ ਕਰਨਗੇ। ਸਭ ਤੋਂ ਵੱਡੀ ਗੱਲ ਇਸ ਕਮਿਸ਼ਨ ਦੀ ਇਹ ਹੈ ਕਿ ਭਾਵੇਂ ਕਿ ਅਸੀਂ ਜਨਰਲੀ ਜਿਹੜੇ ਨੇ ਇਸ ਸੰਬੰਧੀ ਮੁਲਾਜ਼ਮ ਲੜਦੇ ਰਹੇ ਨੇ, ਕਿਉਂਕਿ ਜ਼ਿਆਦਾ ਸਾਨੂੰ ਜਿਹੜੀ ਦਿੱਕਤਾਂ ਨੇ ਉਹ ਰਿਜ਼ਰਵੇਸ਼ਨ ਤੋਂ ਇਸ਼ੂ ਤੋਂ ਆਉਂਦੀਆਂ ਸੀ, ਰੋਂਗ ਇੰਪਲੀਮੈਂਟੇਸ਼ਨ ਆਫ ਰਿਜ਼ਰਵੇਸ਼ਨ ਪੋਲਿਸੀ ਇਨ ਦਾ ਪੰਜਾਬ ਸਟੇਟ। ਲੇਕਿਨ ਇਸ ਦਾ ਜਿਹੜਾ ਫਾਇਦਾ ਹੈ ਉਹ ਸਾਰਿਆਂ ਨੂੰ ਹੋਏਗਾ, ਸਟੂਡੈਂਟਸ ਨੂੰ ਵੀ ਹੋਏਗਾ, ਵਪਾਰੀਆਂ ਨੂੰ ਹੋਏਗਾ, ਕਿਸਾਨਾਂ ਨੂੰ ਹੋਏਗਾ, ਕਿਉਂਕਿ ਇਹਦੇ ਵੀ ਟਰਮਸ ਐਂਡ ਕੰਡੀਸ਼ਨ ਦੇ ਵੀ ਲਿਖਿਆ ਗਿਆ ਹੈ ਕਿ ਜਨਰਲ ਵਰਗ ਨੂੰ ਜੋ ਵੀ ਦਿੱਕਤਾਂ ਆ ਰਹੀਆਂ ਨੇ ਉਸ ਦੇ ਬਾਰੇ ਕਮਿਸ਼ਨ ਜਿਹੜਾ ਹੈ ਉਹ ਪੂਰਾ ਪੰਜਾਬ ਦੇ ਵਿੱਚ ਘੁੰਮੇ ਫਿਰੇਗਾ, ਔਰ ਪੂਰਾ ਵੱਖ-ਵੱਖ ਜਿਹੜੀ ਕਾਸਟਾਂ ਨੇ ਉਹਨਾਂ ਦੇ ਲੋਕਾਂ ਨਾਲ ਵੀ ਸੰਪਰਕ ਕਰੇਗਾ, ਔਰ ਈਵਨ ਜਿਹੜੀ ਉਹਨਾਂ ਦੀ ਸਕੀਮਾਂ ਨੇ ਕਿ ਜਨਰਲ ਵਰਗ ਦੀ ਭਲਾਈ ਦੇ ਲਈ ਸਕੀਮਾਂ ਵੀ ਬਣਾ ਸਕਦਾ ਹੈ ਕਮਿਸ਼ਨ। ਅਤੇ ਦਿਸ ਮੀਨਸ ਕਿ ਇਸ ਦਾ ਜਿਹੜਾ ਅਦਾਰਾ ਹੈ ਉਹ ਬਹੁਤ ਵੱਡਾ ਹੈਗਾ, ਅਤੇ ਜੇ ਜਿਸ ਤਰ੍ਹਾਂ ਦਾ ਬਣਾਇਆ, ਔਰ ਇਸ ਨੂੰ
ਚੰਗੇ ਤਰੀਕੇ ਨਾਲ ਚਲਾਇਆ ਜਾਵੇ, ਇਸ ਨੂੰ ਇੰਪਲੀਮੈਂਟ ਕੀਤਾ ਜਾਵੇ, ਇਸ ਦੇ ਨਾਲ ਸਮੂਹ ਪੰਜਾਬੀਆਂ ਨੂੰ ਬਹੁਤ ਵੱਡਾ ਲਾਭ ਹੋਏਗਾ ਔਰ ਇੱਕ ਬੜਾ ਚੰਗਾ ਜਿਹੜਾ ਭਾਈਚਾਰਾ ਪੰਜਾਬ ਦੇ ਵਿੱਚ ਸਥਾਪਿਤ ਹੋਏਗਾ। ਕਿਉਂਕਿ ਹੁਣ ਤੱਕ ਤਾਂ ਜਿਹੜਾ ਜਨਰਲ ਵਰਗ ਸੀ ਉਹ ਇੱਕ ਆਈਸੋਲੇਟਡ ਸੀ, ਕਿਉਂਕਿ ਉਹਨੂੰ ਤਾਂ ਕੋਈ ਸੁਣਦਾ ਹੀ ਨਹੀਂ ਸੀ, ਉਹ ਕਿਸੇ ਦੇ ਨਾਲ ਕੋਈ ਉਹਦੀ ਸੁਣਵਾਈ ਹੈ ਹੀ ਨਹੀਂ ਸੀ। ਈਵਨ ਸਾਡੇ ਕੋਈ ਸਾਥੀ ਨੇ, ਐਕਸਪੈਕਟੇਸ਼ਨ ਬੰਦੇ ਦੀ ਵੱਧ ਜਾਂਦੀ ਹੈ ਕਿ ਕੁਝ ਸਾਥੀ ਸਾਡੇ ਜੇ ਮਹਿਸੂਸ ਕਰ ਰਹੇ ਨੇ ਕਿ ਜੀ ਇਹ ਜਿਹੜਾ ਹੁਣ ਚੇਅਰਮੈਨ ਸਾਹਿਬ ਲਾਏ ਨੇ, ਚੇਅਰਪਰਸਨ, ਵੀ ਜੀ ਆਪਾਂ ਲੋਕਾਂ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ, ਵੀ ਮੂਵਮੈਂਟ ਆਪਾਂ ਚਲਾਉਂਦੇ ਰਹੇ, ਲੜਦੇ ਝਗੜਦੇ ਰਹੇ, ਇਹ ਕੁਝ ਵਿਚਾਰ ਆ ਰਹੇ ਨੇ। ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਕਿ ਆਪਾਂ ਜਦੋਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਲੱਗੇ ਹੋਏ ਨਹੀਂ, ਆਪਾਂ ਕਿਸੇ ਦੇ ਅਲਾਈਡ ਹੀ ਨਹੀਂ ਸੀ, ਅਤੇ ਇਹ ਜਿਹੜੀ ਅਪੁਆਇੰਟਮੈਂਟਸ ਹੁੰਦੀਆਂ ਨੇ ਕੁਝ ਪੋਲੀਟੀਕਲ ਹੁੰਦੀਆਂ ਨੇ, ਇਸ ਦੇ ਵੀ ਸਾਨੂੰ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ। ਸਾਡੀ ਜਿਹੜੀ ਡਿਊਟੀ ਹੈ ਜਨਰਲ ਕੈਟਾਗਰੀ ਦੀ ਉਹ ਇਹ ਹੈ ਕਿ ਅਸੀਂ ਕਮਿਸ਼ਨ ਦੇ ਧਿਆਨ ਵਿੱਚ ਲੈ ਕੇ ਆਉਣਾ ਹੈ ਔਰ ਉਹਨਾਂ ਕੋਲੋਂ ਜਿਹੜੀ ਆਪਣੀ ਗੱਲਾਂ ਬਾਤਾਂ ਨੇ ਮਨਵਾਉਣੀਆਂ ਨੇ। ਸਾਡਾ ਇਹੀ ਫਰਜ਼ ਹੈ। ਸਰਕਾਰ ਸਾਡੇ ਬੰਦੇ ਨਾਲ ਸੰਪਰਕ ਕਰਨਾ ਚਾਹੁੰਦੀ ਹੈ, ਸਾਡੀ ਸਰਵਿਸ ਯੂਟੀਲਾਈਜ਼ ਕਰਨਾ ਚਾਹੁੰਦੀ ਹੈ, ਉਹ ਸਰਕਾਰ ਕਰ ਸਕਦੀ ਹੈ। ਈਵਨ ਅਸੀਂ ਸਰਕਾਰ ਨੂੰ ਇੱਕ ਕਮਿਟਮੈਂਟ ਵੀ ਦੇਤੀ ਹੈ, ਈਵਨ ਤੁਹਾਡੇ ਥਰੂ ਵੀ ਕਮਿਟਮੈਂਟ ਦਿੰਦੇ ਹੈ ਕਿ ਸਾਡੇ ਕਿਸੇ ਵੀ ਬੰਦੇ ਨੂੰ ਜੇ ਤੁਸੀਂ ਇਸ ਦੇ ਵਿੱਚ ਮੈਂਬਰ ਲਾਉਂਦੇ ਹੋ ਤਾਂ ਕੋਈ ਵੀ ਫਾਈਨੈਂਸ਼ੀਅਲ ਬੈਨੀਫਿਟ ਸਰਕਾਰ ਤੋਂ ਸਾਡਾ ਬੰਦਾ ਨਹੀਂ ਲਏਗਾ। ਵੀ ਵਿਲ ਨਾਟ ਚਾਰਜ ਈਵਨ ਏ ਸਿੰਗਲ ਪੈਨੀ ਫਰੋਮ ਦਾ ਗਵਰਨਮੈਂਟ। ਈਵਨ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਫੈਡਰੇਸ਼ਨ ਵੱਲੋਂ ਕੁਝ ਨਾ ਕੁਝ, ਜਿਵੇਂ ਇਸ ਨੂੰ ਗ੍ਰਾਂਟ ਮਿਲਣੀ ਹੈ ਕਮਿਸ਼ਨ ਨੂੰ ਪੰਜਾਬ ਸਰਕਾਰ ਵੱਲੋਂ, ਅਸੀਂ ਵੀ ਪੇਮੈਂਟ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈਗੀ। ਅਸੀਂ ਵੀ ਆਪਣੇ ਵਰਕ ਕੋਲੋਂ ਜਿਹੜਾ ਹੈਗਾ ਫੰਡਿੰਗ ਕਰਕੇ ਅਸੀਂ ਇਹਨੂੰ ਇਸ ਇੰਨੇ ਵਧੀਆ ਢੰਗ ਦੇ ਨਾਲ ਚਲਾਉਣਾ ਅਸੀਂ ਚਾਹੁੰਦੇ ਹਾਂ ਕਮਿਸ਼ਨ ਨੂੰ, ਤਾਂ ਕਿ ਜਨਰਲ ਵਰਗ ਦੀ ਜਿਹੜੀ ਹੈਗੀ ਹੈ ਉਹ ਭਲਾਈ ਹੋ ਸਕੇ। ਅਤੇ ਅਸੀਂ ਮੁੱਖ ਮੰਤਰੀ ਪੰਜਾਬ ਜੀ ਦੇ ਸਪੈਸੀਫਿਕ ਤੌਰ 'ਤੇ ਅਸੀਂ ਧੰਨਵਾਦੀ ਹਾਂ। ਈਵਨ ਅਸੀਂ ਅਖਬਾਰਾਂ ਦੇ ਵਿੱਚ ਐਡ ਵੀ ਦੇ ਰਹੇ ਹਾਂ, ਅਖਬਾਰਾਂ ਦੇ ਵਿੱਚ ਅਸੀਂ ਵਧਾਈ ਵੀ ਦਿੱਤੀ ਹੈ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਜੀ ਨੂੰ, ਕਿ ਤੁਸੀਂ ਜਿਹੜਾ ਸਾਡਾ ਕਮਿਸ਼ਨ ਬਣਾਇਆ ਹੈ ਇਹਦੇ ਵਾਸਤੇ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ। ਕਿਉਂਕਿ ਕਿਸੇ ਨੇ ਪੰਜਾਬ ਦੇ ਵਿੱਚ ਅਜੇ ਤੱਕ ਹਿੰਮਤ ਨਹੀਂ ਕੀਤੀ ਸੀ, ਕਿਸੇ ਨੇ ਵੀ। ਬਿਲਕੁਲ ਅਸੀਂ ਸਰੇਆਮ ਕਹਿੰਦੇ ਹਾਂ ਕਿ ਡਰਾਇੰਗ ਰੂਮ 'ਚ ਭਾਵੇਂ ਜਨਰਲ ਵਰਗ ਦੇ ਨੁਮਾਇੰਦੇ ਨਾਲ ਕਿਸੇ ਵੀ ਮੰਤਰੀ ਨੇ, ਮੁੱਖ ਮੰਤਰੀ ਨੇ ਜਾਂ MLA ਸਾਹਿਬਾਨ ਨੇ ਗੱਲਬਾਤ ਕੀਤੀ ਹੋਵੇਗੀ, ਲੇਕਿਨ ਓਪਨ ਦੇ ਵਿੱਚ ਆਣ ਕੇ ਸਾਡੇ ਨਾਲ ਕਦੇ ਵੀ ਗੱਲਬਾਤ ਨਹੀਂ ਕੀਤੀ। ਅਰੇ ਜਿਹੜਾ ਸਟੈਪ ਲਿਆ ਮੁੱਖ ਮੰਤਰੀ ਪੰਜਾਬ ਜੀ ਨੇ, ਇਹ ਬਹੁਤ ਵੱਡਾ ਸਟੈਪ ਲਿਆ ਔਰ ਇਸ ਦੇ ਨਾਲ ਉਹਨਾਂ ਦੀ ਪਾਪੂਲੈਰਿਟੀ ਬਹੁਤ ਵਧੀ ਹੈ ਜੀ। ਸ਼ਰਮਾ ਜੀ, ਇੱਕ ਚੰਨੀ ਸਾਹਿਬ ਅਕਸਰ ਇਹ ਗੱਲ ਕਰਦੇ ਨੇ ਕਿ ਜੇ ਅੱਜ ਵੀ ਰਿਪੋਰਟ ਕਾਰਡ ਉਹਨਾਂ ਵੱਲੋਂ ਪੇਸ਼ ਕੀਤਾ ਗਿਆ, 100 ਦਿਨ ਪੂਰੇ ਹੋਏ ਨੇ ਸਰਕਾਰ ਦੇ, 100 ਜਿਹੜੇ ਮੇਜਰ ਡਿਸੀਜਨ ਨੇ ਉਹਨੇ ਸਰਕਾਰ ਨੇ ਲਏ ਨੇ, ਉਹ ਉਹਨਾਂ ਨੇ ਅੱਜ ਫੇਰ ਦੱਸੇ ਕਿਹੜੇ ਕਿਹੜੇ ਸੀ। ਉਹਦੇ ਵਿੱਚ ਇਹ ਜਨਰਲ ਕੈਟਾਗਰੀ ਦਾ ਕਮਿਸ਼ਨ ਬਣਾਉਣਾ ਇਹ ਵੀ ਗੱਲ ਸੀ। ਅਤੇ ਵਿਰੋਧੀ ਇਹ ਜਿਸ ਤਰੀਕੇ ਨਾਲ ਉਹਨਾਂ 'ਤੇ ਇਲਜ਼ਾਮ ਲਾਉਂਦੇ ਨੇ, ਕਹਿੰਦੇ ਨੇ ਕਿ ਉਹ ਇੱਕ ਐਲਾਨਜੀਤ ਮੁੱਖ ਮੰਤਰੀ ਹੈ, ਸਿਰਫ ਐਲਾਨ ਹੀ ਕਰਦੇ ਨੇ। ਪਰ ਤੁਸੀਂ ਬਾਕੀਆਂ ਨੂੰ ਹੁਣ ਕੀ ਅਪੀਲ ਕਰਨੀ ਚਾਹੋਗੇ, ਜਿਵੇਂ ਤੁਸੀਂ ਕਾਫੀ ਖੁਸ਼ ਹੋ ਇਸ ਫੈਸਲੇ 'ਤੇ, ਤੁਸੀਂ ਕਹਿ ਰਹੇ ਹੋ ਕਿ ਹੋਰ ਕਿਸੇ ਨੇ ਇਸ ਤਰੀਕੇ ਦੀ ਪਹਿਲ ਨਹੀਂ ਕੀਤੀ ਸੀਗੀ। ਅਸੀਂ ਦੋਸਤੋ ਅਖਬਾਰ ਦੇ ਵਿੱਚ ਪ੍ਰੈਸ ਨੋਟ ਦਿੱਤੇ ਨੇ, ਅਸੀਂ ਸਰੇਆਮ ਅਖਬਾਰਾਂ ਦੇ ਵਿੱਚ ਲਿਖਿਆ ਕਿ ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਕੇਵਲ ਐਲਾਨ ਕਰਨ ਵਾਲੇ ਨੇ, ਜਾਂ ਉਹਨਾਂ ਨੂੰ ਲਾਗੂ ਨਹੀਂ ਕਰਦੇ, ਜਾਂ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ, ਉਹਨਾਂ ਨੂੰ ਅਸੀਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਝੂਠ ਬੋਲਦੇ ਹੋ। ਸਾਡਾ ਐਲਾਨ ਵੀ ਹੋਇਆ, ਨੋਟੀਫਿਕੇਸ਼ਨ ਵੀ ਹੋਇਆ, ਸਾਡਾ ਚੇਅਰਮੈਨ ਵੀ ਅਪੁਆਇੰਟ ਹੋਇਆ। ਲੇਕਿਨ ਇੱਕ ਗੱਲ ਜ਼ਰੂਰ ਮੈਂ ਲੋਕਾਂ ਨੂੰ ਕਹਾਂਗਾ, ਜਿਹੜੇ ਅਗੇਂਸਟ ਬੋਲਦੇ ਨੇ ਜਾਂ ਜਿਹੜੇ ਪ੍ਰਚਾਰ ਕਰਦੇ ਨੇ ਜਾਂ ਜਿਹੜੀ ਬਹੁਤ ਜ਼ਿਆਦਾ ਐਜੀਟੇਸ਼ਨਲ ਆਪਣੇ ਸੈਲਫ ਇੰਟਰਸਟ ਵਾਸਤੇ ਕਰਦੇ ਨੇ, ਉਹਨਾਂ ਲੋਕਾਂ ਦਾ ਕੁਝ ਨਹੀਂ ਹੋ ਸਕਦਾ। ਹੁਣ ਜੋ ਅਸੀਂ ਹੈ, ਅਸੀਂ ਮੂਵਮੈਂਟ ਚਲਾਉਂਦੇ ਰਹੇ ਹਾਂ, ਅਸੀਂ ਲੜਦੇ ਰਹੇ ਹਾਂ, ਸਭ ਕੁਝ ਕਰਦੇ ਰਹੇ, ਪਰ ਇਹ ਪ੍ਰੈਰੋਗੇਟਿਵ ਜਿਹੜਾ ਹੈਗਾ CM ਦਾ ਹੈ ਕਿ ਉਹ ਜਿਸ ਮਰਜ਼ੀ ਨੂੰ ਅਪੁਆਇੰਟ ਕਰੇ। ਇਹ ਸਾਡਾ ਕੰਮ ਨਹੀਂ ਕਿ ਸਾਨੂੰ ਕਰੋ ਜੀ, ਸਾਨੂੰ ਲਾਓ ਜੀ, ਸਾਨੂੰ ਫਲਾਣਾ ਲਓ। ਇਹ ਤਾਂ ਸੈਲਫ ਇੰਟਰਸਟ ਬਣ ਗਿਆ ਸੀ। ਕਈ ਲੋਕੀ ਮੈਂ ਦੇਖਿਆ, ਕਈ ਮੂਵਮੈਂਟ ਦੇਖਿਆ ਨੇ ਪੰਜਾਬ ਦੇ ਵਿੱਚ, ਜਿਹੜੇ ਲੋਕੀ ਰੌਲਾ ਪਾ ਰਹੇ ਨੇ ਔਰ ਜਿਨ੍ਹਾਂ ਵਾਸਤੇ ਰੌਲਾ ਪਾ ਰਹੇ ਨੇ ਉਹਨਾਂ ਦੀ ਭਲਾਈ ਉਹ ਬਿਲਕੁਲ ਨਹੀਂ ਚਾਹੁੰਦੇ। ਵਾਸਤਵ ਵਿੱਚ ਉਹ ਤਾਂ ਇਹ ਚਾਹੁੰਦੇ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੁੰਦੀਆਂ, ਉਨੀ ਦੇਰ ਦੇ ਵਿੱਚ ਰੌਲਾ ਰੱਪਾ ਸਟੇਟ ਦੇ ਵਿੱਚ ਚੱਲਦਾ ਰਹੇ ਔਰ ਜੋ ਵੀ ਸਰਕਾਰ ਕੋਈ ਕੰਮ ਕਰ ਰਹੀ ਹੈ ਉਸ ਨੂੰ ਮੁਨਾਫਾ ਨਾ ਹੋਵੇ, ਫਾਇਦਾ ਨਾ ਹੋਵੇ। ਉਹ ਇਸ ਪਾਸੇ ਲੱਗੇ ਹੋਏ ਨੇ। ਪੋਲੀਟੀਕਲ ਪਾਰਟੀਆਂ ਦੀ ਆਪਣੀ ਸੋਚ ਹੁੰਦੀ ਹੈ। ਅਸੀਂ ਤਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਡ ਨਹੀਂ ਹੈਗੇ, ਨਾ ਹੀ ਸਾਨੂੰ ਕਿਸੇ ਨਾਲ ਜੁੜਨ ਦਾ ਮੌਕਾ ਮਿਲਿਆ ਅੱਜ ਤੱਕ, ਕਿਉਂਕਿ ਜਦੋਂ ਸਾਨੂੰ ਕਿਸੇ ਸੁਣਿਆ ਨਹੀਂ। ਲੇਕਿਨ ਹਾਂ, ਇੱਕ ਅਸੀਂ ਵਾਅਦਾ ਕਰਦੇ ਰਹੇ ਹਾਂ, ਮੁੱਖ ਮੰਤਰੀ ਪੰਜਾਬ ਜੀ ਨੂੰ ਮਿਲਦੇ ਰਹੇ ਹਾਂ, ਅਸੀਂ ਇਹ ਜ਼ਰੂਰ ਕਹਿੰਦੇ ਰਹੇ ਹਾਂ ਕਿ ਜੇ ਪਲੀਜ਼ ਤੁਸੀਂ ਸਾਡੀ ਬਾਂਹ ਫੜੋਗੇ,
ਜੋ ਤੁਸੀਂ ਡਿਊਟੀ ਸਾਡੀ ਲਾਓਗੇ, ਜਿਵੇਂ ਤੁਸੀਂ ਸਾਡੇ ਕੋਲੋਂ ਹੈਲਪ ਲੈਣਾ ਚਾਹੋਗੇ, ਉਹ ਅਸੀਂ ਹੈਲਪ ਤੁਹਾਡੀ ਕਰਾਂਗੇ, ਕਿਉਂਕਿ ਅਸੀਂ ਕੋਈ ਬੇਸ਼ੁਕਰੇ ਨਹੀਂ ਹੈਗੇ। ਅਸੀਂ ਹੈਲਪ ਕਰਾਂਗੇ ਜਿਸ ਢੰਗ ਨਾਲ ਵੀ ਕਰੇ ਤੁਸੀਂ ਚਾਹੋਗੇ। ਮੁੱਖ ਮੰਤਰੀ ਜੀ ਨੇ ਸਾਡੀ ਹੈਲਪ ਕੀਤੀ ਹੈ, ਕਈ ਮੰਤਰੀ ਸਾਹਿਬਾਨ ਨੇ ਹੈਲਪ ਕੀਤੀ ਹੈ, ਕਈ MLA ਸਾਹਿਬਾਨ ਨੇ ਖੁੱਲ੍ਹ ਕੇ ਕੀਤੀ ਹੈ। ਉਹਨਾਂ ਦੇ ਅਸੀਂ ਹਲਕਿਆਂ 'ਚ ਵੀ ਜਾਵਾਂਗੇ, ਉਹਨਾਂ ਨੂੰ ਕਵਾਂਗੇ ਵੀ ਕਿ ਜੀ ਤੁਸੀਂ ਦੱਸੋ ਸਾਡੀ ਕੀ ਡਿਊਟੀ ਲਾਉਣਾ ਚਾਹੁੰਦੇ। ਜੋ ਡਿਊਟੀ ਲਾਣਗੇ ਅਸੀਂ ਨਿਭਾਵਾਂਗੇ। ਅਤੇ ਇਸ ਕਰਕੇ ਜਿਨ੍ਹਾਂ ਨੇ ਸਪੋਜ਼ ਕਰੋ ਕੋਈ ਸਾਡੀ ਕੋਈ ਹੈਲਪ ਲੈਣਾ ਹੀ ਨਹੀਂ ਚਾਹੇਗਾ, ਫਿਰ ਤਾਂ ਨਹੀਂ ਅਸੀਂ ਦੇ ਸਕਦੇ। ਹੁਣ ਕੋਈ ਸਾਨੂੰ ਕਹੇ ਨਹੀਂ ਜੀ ਤੁਸੀਂ ਤਾਂ ਅਜੇ ਵੀ ਇਹ ਸੋਚ ਰੱਖ ਕੇ ਬੈਠਿਆ ਹੋਵੇ ਕਿ ਨਹੀਂ ਜੀ ਸ਼ਰਮਾ ਜੀ ਤੁਸੀਂ ਨਾ ਸਾਡੇ ਨੇੜੇ ਲੱਗ ਜਿਓ, ਕਿਤੇ ਤੁਹਾਡੇ ਆਉਣ ਨਾਲ ਤਾਂ ਸਾਡੀ ਵੋਟਾਂ ਖਰਾਬ ਹੋ ਜਾਣਗੀਆਂ ਜੀ, ਤੁਹਾਡੇ ਆਉਣ ਨਾਲ ਤਾਂ ਸਾਨੂੰ ਨੁਕਸਾਨ ਹੋ ਜਾਏਗਾ, ਅਤੇ ਅਸੀਂ ਉੱਥੇ ਨਹੀਂ ਜਾਵਾਂਗੇ। ਸਾਨੂੰ ਜਾਣ ਦੀ ਕੀ ਲੋੜ ਹੈ? ਅਸੀਂ ਤਾਂ ਉਸ ਦੀ ਮਦਦ ਕਰਾਂਗੇ ਜਿਹੜਾ ਕਿ ਸਾਡੇ ਕੋਲੋਂ ਮਦਦ ਚਾਹੇਗਾ। ਜੀ ਸ਼ਰਮਾ ਜੀ, ਜਹਿਦ ਕਿੰਨੀ ਕਰਨੀ ਪਈ ਤੁਹਾਨੂੰ? ਕਦੋਂ ਤੋਂ ਤੁਸੀਂ ਲੱਗੇ ਸੀਗੇ ਕਿ ਇਸ ਤਰੀਕੇ ਨਾਲ ਅਲੱਗ ਤੋਂ ਜਨਰਲ ਕੈਟਾਗਰੀ ਵਾਸਤੇ ਕਮਿਸ਼ਨ ਹੋਣਾ ਚਾਹੀਦਾ ਹੈ? ਕਿੰਨੇ ਸਾਲ ਹੋ ਗਏ ਸੀ ਅਤੇ ਕਿਹਦੇ ਨਾਲ ਮੀਟਿੰਗਸ ਜਿਹੜੀਆਂ ਤੁਸੀਂ ਕੀਤੀਆਂ ਸੀ? ਦੋਸਤੋ, ਜੇ ਇਸ ਦੇ ਪਿਛੋਕੜ 'ਚ ਜਾਈਏ ਤਾਂ 1968 ਦੇ ਵਿੱਚ ਮੈਂ ਪੰਜਾਬ ਸੈਕਟਰੀਏਟ ਸਰਵਿਸ ਦੇ ਵਿੱਚ ਆਇਆ ਸੀ ਐਜ਼ ਕਲਰਕ। ਉਸ ਤੋਂ ਬਾਅਦ ਆਈ ਰਿਟਾਇਰਡ ਐਜ਼ ਜੁਆਇੰਟ ਸੈਕਟਰੀ। ਅਤੇ 1978 ਦੇ ਵਿੱਚ ਵੀ ਸਾਡੀ ਐਜੀਟੇਸ਼ਨ ਹੋਈ ਸੀ ਪੰਜਾਬ ਸੈਕਟਰੀਏਟ ਦੇ ਸਾਹਮਣੇ। ਉਦੋਂ ਵੀ ਜਿਹੜੇ ਨੇ ਉਹ 30 ਜਨਵਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ, ਅਤੇ ਹਰਿਆਣਾ ਦੇ ਵੀ ਸਾਈਡ ਤੋਂ ਵੀ ਉੱਥੇ ਸੀ ਮੰਤਰੀ, ਅਤੇ ਪੰਜਾਬ ਦੀ ਸਾਈਡ ਤੋਂ ਵੀ ਸੀ, ਕਿਉਂਕਿ ਕਾਮਨ ਮਨਾਇਆ ਜਾ ਰਿਹਾ ਸੀ। ਉਹ ਟਾਈਮ ਚੰਗਾ ਹੁੰਦਾ ਸੀ ਉਸ ਟਾਈਮ। ਉਦੋਂ ਵੀ ਅਸੀਂ ਐਜੀਟੇਸ਼ਨ ਕੀਤੀ, ਉੱਥੇ ਨਾਅਰੇ ਮਾਰੇ, ਔਰ ਸਾਡੇ ਬੰਦੇ ਕੁਝ ਸਸਪੈਂਡ ਹੋਏ। ਈਵਨ ਮਤਲਬ ਆਪਾਂ 1978 ਤੋਂ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੁਝ ਬੰਦਿਆਂ ਨੇ ਇਲੈਕਸ਼ਨ ਵੀ ਲੜਿਆ ਚੰਡੀਗੜ੍ਹ 'ਚ, ਲੇਕਿਨ ਉਦੋਂ ਇੰਨੀ ਜਾਗਰਤੀ ਨਹੀਂ ਸੀ। ਅਸੀਂ ਉਦੋਂ ਦੇ ਹੀ ਲੜ ਰਹੇ ਹਾਂ, ਕੋਰਟ ਕੇਸ ਵੀ ਲੜੇ, ਸਾਰਾ ਕੁਝ ਲੜਿਆ, ਬੈਨੀਫਿਟ ਵੀ ਲੈ ਕੇ ਆਏ ਕੋਰਟਾਂ 'ਚੋਂ, ਲੇਕਿਨ ਉਸ ਦੀ ਫਿਰ ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਸਰਕਾਰ ਅਮੈਂਡਮੈਂਟ ਕਰ ਦਿੰਦੀ ਹੈ। ਮੈਂ ਕਿਹਾ ਪੁੱਛੋ ਕੁਛ ਨਾ ਸੀ। ਅਸੀਂ ਤਾਂ ਬੜੇ ਲੰਮੇ ਅਰਸੇ ਤੋਂ ਦੋਸਤੋ ਲੜਾਈ ਲੜਦੇ ਰਹੇ ਹਾਂ, ਮੰਤਰੀਆਂ ਨੂੰ ਮਿਲਦੇ ਰਹੇ ਹਾਂ, ਮੁੱਖ ਮੰਤਰੀਆਂ ਨੂੰ ਮਿਲਦੇ ਰਹੇ ਹਾਂ, ਔਰ ਕਈ ਸਾਨੂੰ ਐਡਮਿਟ ਵੀ ਕਰਦੇ ਸੀ ਮੁੱਖ ਮੰਤਰੀ ਕਿ ਸ਼ਰਮਾ ਜੀ ਅਸੀਂ ਚਾਹੁੰਦੇ ਹਾਂ ਤੁਹਾਡੀ ਡਿਮਾਂਡ ਮੰਨਣਾ, ਲੇਕਿਨ ਕੀ ਕਰੀਏ, ਨੰਬਰਸ ਗੇਮ ਹੁੰਦੀ ਹੈ ਅਤੇ ਦਿੱਕਤ ਹੋ ਜਾਏਗੀ ਸਾਨੂੰ। ਮੈਂ ਕਿਹਾ ਸਾਰੇ ਹੀ ਡਰਦੇ ਰਹੇ ਕਿ ਨਹੀਂ ਦਿੱਕਤ ਹੋ ਜਾਊਗੀ ਵੀ ਸਾਨੂੰ ਦਿੱਕਤਾਂ ਨੇ, ਅਸੀਂ ਪੋਲੀਟੀਕਲ ਸਾਡਾ ਸਿਸਟਮ ਐਸਾ ਹੈ ਕਿ ਅਸੀਂ ਤੁਹਾਡੀ ਗੱਲ ਨਹੀਂ ਮੰਨ ਸਕਦੇ। ਇਹ ਤਾਂ ਪਹਿਲੇ ਵਾਰੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਆਏ ਨੇ, ਉਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ। ਕੁਛ ਇਹਨਾਂ ਕੋਲ ਯੰਗ ਮਿਨਿਸਟਰ ਵੀ ਆਏ ਨੇ, ਰਾਜਾ ਬੜਿੰਗ ਹੋ ਗਏ ਨੇ, ਹੋਰ ਹੋ ਗਏ ਨੇ ਕਾਫੀ ਨੇ, ਸਰਦਾਰ ਪ੍ਰਗਟ ਸਿੰਘ ਜੀ ਨੇ, ਹੋਰ ਨੇ ਕਾਫੀ। ਅਤੇ ਕਿਉਂਕਿ ਇੱਕ ਗੱਲ ਪੱਕੀ ਹੈ, ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਲੋਕ ਕਈ ਫਖਰ ਵੀ ਕਰਦੇ ਨੇ ਕਿ ਜੇ ਸਰਕਾਰ ਨਾ ਮੰਨਣਾ ਚਾਹਵੇ ਕਿਸੇ ਗੱਲ ਨੂੰ ਤਾਂ ਫਿਰ ਤੁਸੀਂ ਜਿੰਨਾ ਮਰਜ਼ੀ ਰੌਲਾ ਰੱਪਾ ਹੀ ਪਾਈ ਜਾਵੋ, ਉਹ ਹੁੰਦਾ ਨਹੀਂ ਹੈਗਾ, ਕਦੇ ਵੀ ਨਹੀਂ ਹੁੰਦਾ। ਜੇ ਸਰਕਾਰ ਹੀ ਨਹੀਂ ਕੋਈ ਚੀਜ਼ ਮੰਨਣਾ ਚਾਹੇਗੀ ਤਾਂ ਤੁਸੀਂ ਕੀ ਕਰ ਲਓਗੇ? ਸੋ ਇਸ ਕਰਕੇ ਠੀਕ ਹੈ, ਨੋ ਡਾਊਟ ਅਸੀਂ ਜ਼ੋਰ ਲਾਇਆ, ਐਜੀਟੇਸ਼ਨਾਂ ਕੀਤੀ, ਭੁੱਖ ਹੜਤਾਲਾਂ ਕੀਤੀ, ਮੰਤਰੀਆਂ ਨੂੰ ਮਿਲੇ, ਅਸੀਂ ਸੰਪਰਕ ਕੀਤਾ, ਅਖਬਾਰਾਂ ਦੇ ਵਿੱਚ ਚਲੋ ਅਸੀਂ ਨਹੀਂ ਫੋਟੋਆਂ ਲਵਾਈਆਂ, ਕਿਉਂਕਿ ਸਾਨੂੰ ਸਾਰੇ ਕਹਿੰਦੇ ਸੀ ਯਾਰ ਵੀ ਪ੍ਰੈਸ 'ਚ ਨਾ ਜਾਇਓ ਕਿਉਂਕਿ ਦਿੱਕਤ ਕ੍ਰੀਏਟ ਹੋ ਜਾਏਗੀ, ਲੇਕਿਨ ਅੰਦਰੋਂ ਸਾਨੂੰ ਸਾਰੇ ਕਹਿ ਰਹੇ ਸੀ ਵੀ ਥੋੜ੍ਹੀ ਮਦਦ ਕਰਾਂਗੇ, ਅਤੇ ਉਹ ਮਦਦ ਦਾ ਰਿਜ਼ਲਟ ਆ ਗਿਆ ਆਪਣਾ। ਈਵਨ ਜਿਹੜੇ ਕਾਂਗਰਸ ਪ੍ਰੈਜ਼ੀਡੈਂਟ ਨੇ ਨਵਜੋਤ ਸਿੰਘ ਸਿੱਧੂ, ਜਦੋਂ ਅਸੀਂ ਇਹਨਾਂ ਨੂੰ ਮਿਲੇ, ਇਹਨਾਂ ਨੇ ਪਹਿਲੇ ਵਾਰੀ ਕਹਿ ਤਾ ਸੀ, ਕਹਿੰਦਾ ਇਹ ਤਾਂ ਡਿਮਾਂਡ ਤੁਹਾਡੇ ਨਾਲ ਹੀ ਸੰਬੰਧਿਤ ਹੈ, ਇਹ ਤਾਂ ਮੰਨ ਲਈ ਜੀ ਅਸੀਂ। ਮੈਂ ਕਿਹਾ ਵੀ ਚੰਗੀ ਗੱਲ ਹੈ ਜੀ ਸਰ, ਤੁਸੀਂ ਮੰਨ ਲਈ ਸੀ। ਇਸ ਕਰਕੇ ਜੀ ਅਸੀਂ ਤਾਂ ਰੀਣੀ ਹੈ ਸਰਕਾਰ ਦੇ, ਵਾਟ ਐਵਰ ਇਟ ਮੇ ਵੀ। ਜਿੱਥੇ ਤੱਕ ਜਨਰਲ ਕੈਟਾਗਰੀ ਦੀ ਵੈਲਫੇਅਰ ਵਾਸਤੇ ਕਮਿਸ਼ਨ ਬਣਾਉਣ ਦਾ ਸੰਬੰਧ ਹੈ, ਅਸੀਂ ਤਾਂ ਇਹਨਾਂ ਦੇ ਰੀਣੀ ਹੋ ਗਏ ਹਾਂ। ਔਰ ਬੇਨਤੀ ਅਸੀਂ ਇਹੀ ਕਰਦੇ ਹਾਂ ਕਿ ਇਸ ਕਮਿਸ਼ਨ ਨੂੰ ਚਲਾਇਆ ਜਾਵੇ ਚੰਗੀ ਤਰ੍ਹਾਂ। ਔਰ ਅਸੀਂ ਤਾਂ ਤਿਆਰ ਬੈਠੇ ਹਾਂ ਕਿ ਸਾਡੇ ਜਿਹੜੇ ਇਹਨਾਂ ਨੇ ਚੇਅਰਪਰਸਨ ਅਪੁਆਇੰਟ ਕੀਤੇ ਨੇ ਉਹ ਜਲਦੀ ਆਉਣ ਚੰਡੀਗੜ੍ਹ, ਆਪਣਾ ਅਹੁਦਾ ਸੰਭਾਲਣ, ਅਤੇ ਜੋ ਸਾਡੀ ਡਿਊਟੀ ਲਾਉਂਦੇ ਨੇ ਅਸੀਂ ਉਹਨਾਂ ਨਾਲ ਪੂਰਾ ਸਹਿਯੋਗ ਦੇਵਾਂਗੇ। ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਮਿਸ਼ਨ ਹੋਵੇ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਬੈਸਟ ਕਮਿਸ਼ਨ ਹੋਵੇ। ਗੁਜਰਾਤ 'ਚ ਕੰਮ ਕਰ ਰਿਹਾ, ਹੋਰ ਸਟੇਟਾਂ ਨੇ ਅਪੁਆਇੰਟ ਕੀਤੇ ਨੇ, ਹੁਣੇ ਤਾਂ ਲੋਕ ਕੋਈ ਕਰ ਰਹੇ ਨੇ, ਹਿਮਾਚਲ ਵਾਲਿਆਂ ਨੇ ਵੀ ਕਰਤਾ ਹੈ, ਅਤੇ ਸ਼ਾਇਦ ਮੱਧ ਪ੍ਰਦੇਸ਼ ਵੀ ਬਣਾ ਰਿਹਾ ਜਾਂ ਹੋਰ ਵੀ ਹੈ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿਹੜਾ ਕਮਿਸ਼ਨ ਹੈ ਉਹ ਬੈਸਟ ਹੋਵੇ। ਔਰ ਈਵਨ ਅਸੀਂ ਤਾਂ ਇਹ ਵੀ ਕਹਿ ਦਿਆਂਗੇ ਹੁਣ ਕਿ ਜਦੋਂ ਪੰਜਾਬ ਨੇ ਇੰਨੀ ਅਗਾਂਹ ਵਧੂ ਕੰਮ ਕੀਤਾ ਹੈ, ਲੈਟ ਦਾ ਸੈਂਟਰ ਗੌਰਮੈਂਟ ਸ਼ੁੱਡ ਆਲਸੋ ਇਸਟੈਬਲਿਸ਼, ਸੈਂਟਰ ਗੌਰਮੈਂਟ ਜਿਹੜੀ ਹੈ ਉੱਥੇ ਨੈਸ਼ਨਲ ਕਮਿਸ਼ਨ ਬਣਾਵੇ ਫॉर ਦੀ ਵੈਲਫੇਅਰ ਆਫ ਜਨਰਲ ਕੈਟਾਗਰੀ। ਬਣਾਉਣਾ ਚਾਹੀਦਾ ਉਹਨਾਂ ਨੂੰ। ਸਾਨੂੰ ਕਿਉਂ ਤੁਸੀਂ ਇਗਨੋਰ ਕਰਦੇ ਹੋ, ਕਿਉਂ ਸਾਨੂੰ ਡਿਸਕ੍ਰਿਮੀਨੇਟ ਕਰਦੇ ਹੋ? ਜਦੋਂ ਇਹ ਚਾਹੀਦਾ ਨਹੀਂ ਹੈਗਾ ਇੰਝ, ਅਤੇ ਸਕੀਮਾਂ ਬਣਨੀ ਚਾਹੀਦੀਆਂ ਨੇ। ਹੋਰ ਵੀ ਮੁੱਖ ਮੰਤਰੀ ਸਾਹਿਬ ਨੇ ਕਈ ਐਲਾਨ ਕੀਤੇ ਨੇ, ਬੜਾ ਚੰਗਾ ਲੱਗ ਰਿਹਾ ਹੈ ਕਿ ਨਹੀਂ ਜਨਰਲ ਦੇ ਬੱਚਿਆਂ ਨੂੰ ਹੁਣ ਜਿਵੇਂ ਵਰਦੀਆਂ ਵੀ ਮਿਲਣਗੀਆਂ, ਹੋਰ ਵੀ ਮਿਲਣਗੀਆਂ। ਇਹ ਦੇਖੋ ਇੱਕ ਸੋਚ ਹੈ ਨਾ,
ਜਿਹੜੀ ਸੋਚ ਹੈ ਉਹਨਾਂ ਦੀ ਸੋਚ ਚੰਗੀ ਹੈ, ਅਤੇ ਸੋਚ ਚੰਗੀ ਦੇ ਨਾਲ ਡਿਸੀਜਨ ਚੰਗੇ ਹੋ ਰਹੇ ਨੇ। ਗੱਲ ਤਾਂ ਇਹੀ ਹੋ ਰਹੀ ਹੈ ਨਾ। ਅਤੇ ਇਹ ਅਸੀਂ ਤਾਂ ਚਾਹੁੰਦੇ ਹਾਂ, ਅਸੀਂ ਤਾਂ ਕਹਿੰਦੇ ਹਾਂ ਕਿ ਦੁਬਾਰਾ ਆਉਣ। ਸਮਕਾ ਜਿਹੜਾ ਇਹ ਟਾਈਮ ਦੀ ਸ਼ੋਰਟੇਜ, ਕਈ ਵਾਰੀ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਨੇ ਕਿ ਟਾਈਮ ਦੀ ਸ਼ੋਰਟੇਜ ਹੈ, ਇਸ ਕਰਕੇ ਦਿੱਕਤਾਂ ਆ ਰਹੀਆਂ ਨੇ। ਜੇ ਟਾਈਮ ਸਾਡੇ ਕੋਲ ਹੁੰਦਾ ਵਾਹਵਾ ਅਤੇ ਅਸੀਂ ਹੋਰ ਚੰਗੇ ਰਿਜ਼ਲਟ ਦੇਣੇ ਸੀ। ਤਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਦੁਬਾਰਾ ਵੀ ਆਓ ਜੀ, ਅਤੇ ਤੁਸੀਂ ਵੈਲਫੇਅਰ ਕਰੋ। ਲੋਕਾਂ ਨੂੰ ਕੀ ਚਾਹੀਦਾ ਹੈ? ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ। ਜਿਹੜਾ ਵੀ ਕੋਈ ਕੰਮ ਚੰਗਾ ਕਰਨ ਵਾਲਾ ਹੋਵੇ ਉਹਦੀ ਕਦਰ ਪੈਂਦੀ ਹੈ। ਔਰ ਇੱਕ ਤੁਸੀਂ ਹੋਰ ਹੈਰਾਨ ਹੋ ਗਏ ਕਿ ਅਜੇ ਵੀ ਪੋਲੀਟੀਕਲ ਪਾਰਟੀਆਂ ਡਰਦੀਆਂ ਨੇ। ਸਾਡਾ ਕਮਿਸ਼ਨ ਬਣ ਗਿਆ, ਸਭ ਕੁਝ ਬਣ ਗਿਆ, ਲੇਕਿਨ ਕਿਸੇ ਨੇ ਅਜੇ ਵੈਲਕਮ ਨਹੀਂ ਕੀਤਾ। ਕਿਸੇ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਇਸ ਸਟੈਪ ਨੂੰ, ਜਿਹੜਾ ਪੰਜਾਬ ਸਰਕਾਰ ਦਾ ਸਟੈਪ ਹੈ, ਇਸ ਨੂੰ ਤੁਸੀਂ ਵੈਲਕਮ ਕਰ ਦਿਓ। ਤੁਸੀਂ ਕਹੋ ਵੀ ਅਸੀਂ ਨਹੀਂ ਕਰ ਸਕੇ, ਲੇਕਿਨ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਇਹ ਚੰਗਾ ਕੀਤਾ ਹੈ। ਲੇਕਿਨ ਨਹੀਂ, ਉਹ ਜਿਵੇਂ ਕਈ ਪੋਲੀਟੀਕਲ ਪਾਰਟੀਆਂ, ਚਲੋ ਇਹ ਵੀ ਗੱਲ ਹੁੰਦੀ ਹੈ ਕਿ ਉਹ ਕਹਿੰਦੇ ਵੀ ਸਰਕਾਰ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਵੇ, ਅਸੀਂ ਉਹਨੂੰ ਐਪਰੀਸ਼ੀਏਟ ਤਾਂ ਕਰਨਾ ਹੀ ਨਹੀਂ ਹੈਗਾ। ਸੀ ਚਲੋ ਇਹਨਾਂ ਲੋਕਾਂ ਦੀ ਆਪਣੀ ਸੋਚ ਹੈ, ਅਸੀਂ ਤਾਂ ਉਸ ਪਾਸੇ ਨਹੀਂ ਜਾਣਾ। ਵੀ ਆਰ ਨਾਟ ਪੋਲੀਟੀਕਲ ਪਰਸਨ। ਲੇਕਿਨ ਮੈਂ ਬੇਨਤੀ ਕਰੂੰਗਾ ਦੂਜੀ ਪੋਲੀਟੀਕਲ ਪਾਰਟੀਆਂ ਨੂੰ ਵੀ ਕਿ ਯਾਰ ਤੁਸੀਂ ਘੱਟੋ ਘੱਟ ਵੈਲਕਮ ਤਾਂ ਕਰੋ। ਅਸੀਂ ਵੀ ਤਾਂ ਇੱਥੇ ਦੇ ਵਸਿੰਦੇ ਹਾਂ, ਅਸੀਂ ਵੀ ਤਾਂ ਇੱਥੇ ਦੇ ਰਹਿਣ ਵਾਲੇ ਹਾਂ, ਅਸੀਂ ਵੀ ਤਾਂ ਇੱਕ ਉਹ ਹੈਗਾ ਸਾਰਾ ਕੁਝ ਠੀਕ। ਵੀ ਤੁਸੀਂ ਕਿਉਂ ਇਹੋ ਜਿਹੀ ਗੱਲਾਂ ਕਰਦੇ ਹੋ? ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕਰਦੇ ਹੋ ਜੀ? ਇੱਕ ਇਹ ਵੀ ਦੱਸੋ ਜੀ, ਚੈਲੰਜਸ ਹੁਣ ਕੀ ਰਹਿਣਗੇ ਕਮਿਸ਼ਨ ਦੇ ਸਾਹਮਣੇ, ਅਤੇ ਰੋਡ ਮੈਪ ਬਣਾਇਆ ਜਾ ਰਿਹਾ ਹੋਣਾ, ਕਿਉਂਕਿ ਕਾਫੀ ਸਮੇਂ ਤੋਂ ਹੀ ਜਿਹੜੇ ਇਸ਼ੂਜ਼ ਨੇ ਜਨਰਲ ਕੈਟੇਗਰੀ ਨਾਲ ਜੁੜੇ ਹੋਏ। ਸੋ ਸਭ ਤੋਂ ਪਹਿਲਾਂ ਕੀ ਲੱਗਦਾ ਵੀ ਕਿਹਨਾਂ ਚੀਜ਼ਾਂ 'ਤੇ ਚਰਚਾ ਹੋਵੇਗੀ ਕਮਿਸ਼ਨ ਦੇ ਅੱਗੇ? ਕਿਹੜੀਆਂ ਗੱਲਾਂ ਤੁਹਾਨੂੰ ਮੌਕਾ ਮਿਲਦਾ, ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਜਾਓਗੇ? ਦੋਸਤੋ, ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੇ ਚੇਅਰਪਰਸਨ ਇਸ ਕਮਿਸ਼ਨ ਦੇ ਵਿੱਚ, ਔਰ ਜਿਵੇਂ ਉਹਨਾਂ ਨੇ ਕਿਹਾ, ਗਵਰਨਮੈਂਟ ਨੇ ਲਿਖਿਆ ਕਿ ਆਪਣਾ ਪ੍ਰੋਸੀਜਰ ਆਪ ਅਡੋਪਟ ਕਰਨਗੇ ਕਿ ਚੇਅਰਪਰਸਨ ਕਮਿਸ਼ਨ ਨੇ ਕਿਵੇਂ ਕੰਮ ਕਰਨਾ ਹੈ, ਅਤੇ ਜੇ ਚੰਗੀ ਤਰ੍ਹਾਂ ਕੰਮ ਕੀਤਾ ਜਾਵੇ, ਜਿੰਨੀ ਪਾਵਰ ਦਿੱਤੀ ਗਈਆਂ ਨੇ, ਇਸ ਚੇਅਰਪਰਸਨ ਦੀ ਬਹੁਤ ਵੱਡੀ ਪੋਜੀਸ਼ਨ ਹੋਏਗੀ। ਸਾਰੇ ਮਹਿਕਮੇ ਪੰਜਾਬ ਗਵਰਨਮੈਂਟ ਦੇ, ਕਿਉਂਕਿ ਸਾਰੇ ਮਹਿਕਮਿਆਂ ਦੇ ਵਿੱਚ ਜਨਰਲ ਵਰਗ ਦੇ ਨਾਲ ਧੱਕਾ ਹੋ ਰਿਹਾ ਹੈ। ਸਰਵਿਸਿਜ਼ ਮੈਟਰ ਦੇ ਵਿੱਚ ਖਾਸ ਕਰਕੇ, ਭਾਵੇਂ ਕੋਈ ਹੈਡ ਆਫ ਡਿਪਾਰਟਮੈਂਟ ਹੈ, ਭਾਵੇਂ ਕੁਛ ਹੈ, ਕੋਈ ਕਲਾਸ 1 ਅਫਸਰ ਹੈ, ਭਾਵੇਂ ਕੋਈ ਛੋਟਾ ਅਫਸਰ ਹੈ, ਸਾਰਾ ਪੰਜਾਬ ਚੇਅਰਪਰਸਨ ਦੇ ਅੰਡਰ ਹੋਏਗਾ। ਸਾਰੇ ਸਰਕਾਰੀ ਮਹਿਕਮੇ ਕਿਸੇ ਮੰਤਰੀ ਕੋਲ ਜਾਂ ਉਹਦੇ ਕੋਲ ਤਾਂ ਥੋੜ੍ਹਾ ਜਿਹਾ ਇੱਕ ਜਿਹੜਾ ਇੱਕ ਮਹਿਕਮਾ ਹੁੰਦਾ ਉਸੇ ਦਾ ਮੰਤਰੀ ਹੁੰਦਾ। ਚੇਅਰਪਰਸਨ ਦੀ ਤਾਂ ਬਹੁਤ ਪਾਵਰ ਹੋਏਗੀ, ਅਤੇ ਜੇ ਉਹ ਆਪਣੀ ਪਾਵਰ ਨੂੰ ਲੋਕਾਂ ਦੀ ਜੇ ਡਿਫੀਕਲਟੀ ਸੁਣ ਕੇ ਉਹਨਾਂ ਨੂੰ ਹੱਲ ਕਰਨਗੇ, ਅਤੇ ਉਸ ਦੇ ਨਾਲ ਸਾਰਾ ਤੁਹਾਡੇ ਕੋਲ ਕਿੰਨੀ ਪਾਵਰਜ਼ ਆ ਗਈਆਂ ਨੇ ਕਿ ਜਨਰਲ ਵਰਗ ਜਿਹੜਾ ਇੰਨੀ ਮੈਜੋਰਟੀ ਦੇ ਵਿੱਚ ਹੈਗਾ, ਉਸ ਦੇ ਵਾਸਤੇ ਤੁਸੀਂ ਸਕੀਮਾਂ ਬਣਾਉਣੀਆਂ ਨੇ। ਜਦੋਂ ਉਹਨਾਂ ਲੋਕਾਂ ਵਾਸਤੇ ਤੁਸੀਂ ਸਕੀਮਾਂ ਬਣਾਓਗੇ, ਸਰਕਾਰ ਦੀ ਕਿੰਨੀ ਪਾਪੂਲੈਰਿਟੀ ਵਧੇਗੀ। ਸਰਕਾਰ ਦੀ ਇੰਨੀ ਪਾਪੂਲੈਰਿਟੀ ਵਧੇਗੀ ਔਰ ਸਰਕਾਰ ਨੂੰ ਇੰਨਾ ਬੈਨੀਫਿਟ ਹੋਏਗਾ ਕਿ ਪੁੱਛੋ ਕੁਛ ਨਾ ਇਸਦਾ। ਇਸ ਕਰਕੇ ਅਸੀਂ, ਕਿਉਂਕਿ ਜਨਰਲ ਵਰਗ ਨੂੰ ਤਾਂ ਤਕਲੀਫਾਂ ਇੰਨੀਆਂ ਹੈ ਕਿ ਕਮਿਸ਼ਨ ਨੂੰ ਤਾਂ ਆਪਣਾ ਕੰਮ ਚਲਾਉਣ ਵਾਸਤੇ ਜਿੰਨੇ ਵੀ ਬੰਦੇ ਇਹ ਅਪੁਆਇੰਟ ਕਰ ਲੈਣਗੇ, ਉਨੇ ਹੀ ਬੰਦੇ ਥੋੜ੍ਹੇ ਨੇ। ਇਹ ਫੁੱਲ ਫਲੈਸ਼ਡ ਜਿਹੜਾ ਹੈ ਕਿਸਮ ਦਾ, ਜਿਹੜਾ ਈਵਨ ਤੁਸੀਂ ਜਸਟ ਲਾਈਕ ਏ ਸੈਕਟਰੀਏਟ, ਕਿਉਂਕਿ ਸਾਰੇ ਡਿਪਾਰਟਮੈਂਟਾਂ ਨੂੰ ਤੁਸੀਂ ਦੇਖਣਾ ਹੈ, ਸਾਰੇ ਡਿਪਾਰਟਮੈਂਟਾਂ ਵਾਸਤੇ ਤੁਸੀਂ ਕੰਮ ਕਰਨਾ ਹੈ। ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਮੈਂ ਤਾਂ ਆਪਣਾ ਪਰਸਨਲ ਸੋਚਦਾ, ਦੇਖੋ ਮੈਂ ਸ਼ੁਰੂ ਤੋਂ ਰਿਹਾ ਜਨਰਲ ਕੈਟਾਗਰੀ ਦਾ ਫਾਊਂਡਰ ਪ੍ਰੈਜ਼ੀਡੈਂਟ ਵੀ ਹਾਂ, ਉਦੋਂ ਤੋਂ ਹੀ ਲੜ ਰਿਹਾ। ਨਾਓ ਆਈ ਐਮ ਪਰਫਾਰਮਿੰਗ ਡਿਊਟੀਜ਼ ਆਫ ਚੀਫ ਆਰਗੇਨਾਈਜ਼ਰ। ਮੈਂ ਆਪਣੇ ਆਪ ਨੂੰ ਕਦੇ ਘੱਟ ਨਹੀਂ ਸਮਝਿਆ। ਮੈਨੂੰ ਇਹ ਸੀ ਕਿ ਮੈਂ ਇੱਕ ਜਨਰਲ ਵਰਗ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਸ ਨੂੰ ਕੋਈ ਨਹੀਂ ਰਿਪਰੈਜ਼ੈਂਟ ਕਰਦਾ, ਜਿਹਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ। ਇਸੇ ਕਰਕੇ ਮੈਂ ਕਦੇ ਪੋਲੀਟਿਕਸ 'ਚ ਨਹੀਂ ਗਿਆ। ਕਦੇ ਨਹੀਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਚੋਣ ਲੜਾਂ, ਮੈਂ ਕੋਈ ਕੰਮ ਕਰਾਂ ਇਸ ਤਰ੍ਹਾਂ ਦਾ। ਮੈਂ ਕਹਿੰਦਾ ਨਹੀਂ ਯਾਰ, ਜਨਰਲ ਕੈਟਾਗਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈਗੀ ਹੈ, ਅਤੇ ਮੈਂ ਇਸੇ ਉਹ 'ਚ ਰਿਹਾ। ਅਤੇ ਸਰਕਾਰ ਦੇ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡਾ ਕਮਿਸ਼ਨ ਬਣਾਇਆ ਹੈ, ਔਰ ਅਸੀਂ ਇਸ ਨੂੰ ਬੈਸਟ ਕਮਿਸ਼ਨ ਪ੍ਰੂਵ ਕਰਾਂਗੇ ਜੇਕਰ ਸਾਨੂੰ ਮੌਕਾ ਦਿੱਤਾ ਜਾਂਦਾ ਹੈ। ਸ਼ਰਮਾ ਜੀ, ਇੱਕ 85ਵੀਂ ਸੋਧ ਲਾਗੂ ਕਰਨ ਨੂੰ ਲੈ ਕੇ ਵੀ ਬੜਾ ਰੌਲਾ ਪੈ ਰਿਹਾ ਸੀ ਪਿੱਛੇ ਜੇ। ਸੋ ਉਹ ਇਸ ਇਸ਼ੂ 'ਤੇ ਵੀ ਕੋਈ ਗੱਲਬਾਤ ਆ ਜਿਹੜੀ ਹੋ ਸਕਦੀ ਹੈਗੀ ਆ? ਦੋਸਤੋ, ਅਜੇ ਮੈਂ ਮਾਫੀ ਚਾਹਾਂਗਾ ਕਿਉਂਕਿ ਅਜੇ ਅਸੀਂ ਬੜੇ ਇੱਕ ਹੈਪੀ ਮੂਡ ਦੇ ਵਿੱਚ ਘੁੰਮ ਰਹੀ ਹੈ ਜਨਰਲ ਕੈਟਾਗਰੀ ਫੈਡਰੇਸ਼ਨ, ਕਿ ਵੀ ਵੰਡਰਫੁਲ ਸਾਡੇ ਵਾਸਤੇ ਕਮਾਲ ਕਰਤੀ ਜੀ, ਸਟੇਟ ਗੌਰਮੈਂਟ ਨੇ ਕਮਾਲ ਕਰਤੀ ਜੀ, ਸਟੇਟ ਨੇ ਸਾਨੂੰ ਬਸ ਬੱਲੇ ਬੱਲੇ ਕਰਾਤੀ ਸਾਡੀ ਜੀ। ਇਸ ਕਰਕੇ ਅਸੀਂ ਕਿਸੇ ਦੂਜੇ ਮੁੱਦੇ 'ਤੇ ਨਹੀਂ ਅਜੇ ਜਾਣ ਦੇ ਰਹੇ। ਅਸੀਂ ਅਜੇ ਇੰਜੋਇਮੈਂਟ ਮੂਡ 'ਚ ਹਾਂ।
ਜਨਰਲ ਕੈਟਾਗਰੀ ਵਾਲੇ ਲੱਡੂ ਵੰਡ ਰਹੇ ਨੇ, ਹੋਰ ਵੰਡ ਰਹੇ ਨੇ, ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਕਿ ਆਪਣਾ ਕਮਿਸ਼ਨ ਬਣ ਗਿਆ, ਆਪਣਾ ਕਮਿਸ਼ਨ ਬਣ ਗਿਆ। ਸਾਡਾ ਜਿਹੜਾ ਇਸ ਟਾਈਮ ਪੂਰਾ ਧਿਆਨ ਹੈ ਉਹ ਆਪਣਾ ਕਮਿਸ਼ਨ ਵੱਲ ਹੈ, ਅਜੇ ਹੋਰ ਕਿਸੇ ਵਾਲੇ ਪਾਸੇ ਸਾਡਾ ਧਿਆਨ ਨਹੀਂ। ਔਰ ਮੈਂ ਈਵਨ ਆਪਣੇ ਨੀਚੇ ਮੈਂਬਰਸ ਨੂੰ ਵੀ ਕਹਿ ਰਿਹਾ ਕਿ ਵੀ ਤੁਸੀਂ ਇੰਜੋਏ ਕਰੋ। ਤੁਹਾਡੀ ਇੰਨੀ ਲੰਬੀ, ਇੰਨੀ ਵਧੀਆ, ਲੰਮੇ ਅਰਸੇ ਤੋਂ ਤੁਹਾਡੀ ਡਿਮਾਂਡ ਜਿਹੜੀ ਪੈਂਡਿੰਗ ਚਲੀ ਆ ਰਹੀ ਸੀ ਉਹ ਮੰਨੀ ਗਈ ਹੈ। ਨਾਓ ਇਟ ਇਜ਼ ਅ ਟਾਈਮ ਫॉर ਇੰਜੋਏਮੈਂਟ। ਹੋਰ ਕੋਈ ਜਿਹੜੀ ਇੱਧਰ ਉੱਧਰ ਦੀ ਗੱਲਾਂ ਨੇ ਅਜੇ ਨਾ ਆਪਾਂ ਸੋਚੀਏ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਜੇ ਤਾਂ ਇੰਜੋਏ ਕਰੋ। ਔਰ ਤੁਸੀਂ ਇਹਨਾਂ ਨੂੰ ਪੂਰਾ ਆਪਣਾ ਜਿਹੜਾ ਹੈਗਾ ਸਾਥ ਦਿਓ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਹੈ, ਕਿਉਂਕਿ ਜੇ ਆਪਾਂ ਅਜੇ ਵੀ ਕੋਈ ਘਟੀਆ ਜੀ ਗੱਲਾਂ ਜਾਂ ਦੂਜੀ ਗੱਲਾਂ ਕਰਾਂਗੇ ਤਾਂ ਫਿਰ ਸਾਡੇ 'ਤੇ ਫੇਥ ਕੌਣ ਕਰੇਗਾ? ਅਗਲਾ ਕਹਿੰਦਾ ਯਾਰ ਤੁਹਾਡੀ ਗੱਲ ਮੰਨੀ, ਫੇਰ ਕਿਹੜਾ ਤੁਸੀਂ ਸਾਡੇ ਹੋ ਗਏ, ਤੁਸੀਂ ਤਾਂ ਫੇਰ ਉਹੀ ਗੱਲਾਂ ਕਰੀ ਜਾਂਦੇ ਨੇ। ਅਜੇ ਅਸੀਂ ਬੜੇ ਚੰਗੇ ਮੂਡ ਦੇ ਵਿੱਚ ਹੈਗੇ, ਹੈਪੀ ਮੂਡ ਦੇ ਵਿੱਚ ਹੈ, ਅਤੇ ਅਸੀਂ ਅਜੇ ਇੰਜੋਏ ਕਰ ਰਹੇ ਹਾਂ ਇਸ ਡਿਸੀਜਨ ਨੂੰ ਕਿ ਬਹੁਤ ਚੰਗਾ ਡਿਸੀਜਨ ਹੋਇਆ। ਇੱਕ ਹੁਣ ਵਾਪਸ ਕਮਿਸ਼ਨ 'ਤੇ ਆਵਾਂਗੇ। ਤੁਸੀਂ ਸ਼ੁਰੂ ਦੱਸਿਆ ਸੀਗਾ ਕਿ ਕੌਣ ਹੋਣਗੇ ਦਾ ਪਾਰਟ, ਕੌਣ ਹੋਣਗੇ। ਚੇਅਰਪਰਸਨ ਹੋਇਆ ਕਰੇਗਾ, ਫਿਰ ਇੱਕ ਵਾਈਸ ਚੇਅਰਪਰਸਨ ਹੋਏਗਾ, 3 ਮੈਂਬਰਸ ਹੋਣਗੇ, ਇੱਕ ਸੋਸ਼ਲ ਸਾਇੰਟਿਸਟ ਹੋਏਗਾ, ਇੱਕ ਮੈਂਬਰ ਸੈਕਟਰੀ ਹੋਏਗਾ, ਫਿਰ ਇੱਕ ਇਹਦੇ ਵਿੱਚ ਨੋਮੀਨੇਟਿਡ ਮੈਂਬਰਸ ਆ ਜਿਹੜੇ ਉਹ ਵੀ ਰੱਖੇ ਗਏ ਨੇ। ਉਹਨਾਂ ਬਾਰੇ ਵੀ ਤੁਸੀਂ ਦੱਸੋ, ਜੋ ਤੁਸੀਂ ਸਟੱਡੀ ਕੀਤਾ ਹੈ, ਉਹ ਕਿੰਨੇ ਟਾਈਮ ਲਈ ਨੋਮੀਨੇਟ ਕੀਤੇ ਜਾਣਗੇ, ਉਹ ਕੌਣ ਹੋਇਆ ਕਰਨਗੇ, ਕਿਹਨਾਂ ਵਿੱਚੋਂ ਉਹ ਚੁਣਿਆ ਕਰਨਗੇ? ਕਮਿਸ਼ਨ ਦੀ ਜਿਹੜੀ ਟਰਮ ਹੈ ਉਹ ਸਰਕਾਰ ਨੇ 3 ਸਾਲ ਰੱਖੀ ਹੈ। ਈਵਨ ਇਹ ਵੀ ਰੱਖਿਆ ਹੈ ਕਿ ਜਿਵੇਂ ਆਮ ਹੋਇਆ ਕਰਦਾ ਸਾਰੇ ਨੋਟੀਫਿਕੇਸ਼ਨਾਂ 'ਚ ਕਿ ਸਰਕਾਰ ਜਿੰਨੀ ਦੇਰ ਚਾਹੇਗੀ ਉਨੀ ਦੇਰ ਰੱਖ ਸਕਦੀ ਹੈ। ਮਤਲਬ ਕਿ ਉਹ 3 ਸਾਲ ਤੋਂ ਪਹਿਲਾਂ ਵੀ ਭਾਵੇਂ ਰਿਮੂਵ ਕਰ ਦੇਵੇ, ਭਾਵੇਂ ਐਕਸਟੈਂਡ ਕਰ ਦੇਵੇ। ਇਟ ਇਜ਼ ਦੀ ਪਲੇਅਰ ਆਫ ਦਾ ਗਵਰਨਮੈਂਟ। ਉਹ ਚੱਲੇਗਾ। ਜੇ ਕੋਈ ਮੈਂਬਰ ਛੱਡਣਾ ਚਾਹੁੰਦਾ ਮੈਂਬਰ ਛੱਡ ਸਕਦਾ ਹੈ, ਵਾਈਸ ਚੇਅਰਮੈਨ ਛੱਡਦਾ ਤਾਂ ਛੱਡ ਸਕਦੇ ਨੇ। ਅਸੀਂ ਜ਼ਰੂਰ ਬੇਨਤੀ ਜ਼ਰੂਰ ਕਰਾਂਗੇ, ਇਹ ਸਰਕਾਰ ਦਾ ਪ੍ਰੈਰੋਗੇਟਿਵ ਸਰਕਾਰ ਦਾ ਹੈ ਕਿ ਜਿਹੜੇ ਲੋਕੀ ਰਿਜ਼ਰਵੇਸ਼ਨ ਦੇ ਖਿਲਾਫ ਜਾਂ ਜਨਰਲ ਵਰਗ ਦੇ ਹਿੱਤਾਂ ਵਾਸਤੇ ਲੜਦੇ ਰਹੇ ਨੇ, ਜਿਨ੍ਹਾਂ ਦੀ ਇਹਦੇ ਬਾਰੇ ਜਾਣਕਾਰੀ ਹੈ, ਈਵਨ ਲੀਗਲ ਮੈਟਰ 'ਤੇ ਜਾਣਕਾਰੀ ਹੈ, ਕੋਰਟ ਕੇਸਾਂ ਦੇ ਬਾਰੇ ਜਾਣਕਾਰੀ ਹੈ। ਅਸੀਂ ਆਫਟਰ ਆਲ ਕਿੰਨੀ ਦੇਰ ਤੋਂ ਕੋਰਟ ਕੇਸ ਲੜ ਰਹੇ ਹਾਂ, ਸੁਪਰੀਮ ਕੋਰਟ 'ਚ ਵੀ ਲੜ ਰਹੇ ਹਾਂ, ਹਾਈ ਕੋਰਟ 'ਚ ਵੀ ਲੜ ਰਹੇ ਹਾਂ, ਅਤੇ ਹੋਰ ਸਾਡੇ ਈਵਨ ਹੈੱਡ ਆਫ ਡਿਪਾਰਟਮੈਂਟ ਨੇ, ਹੋਰ ਨੇ ਬੰਦੇ ਰਿਟਾਇਰ ਹੋ ਗਏ ਨੇ, ਕਲਾਸ 1 ਅਫਸਰ ਨੇ, ਈਵਨ ਪੁਲਿਸ ਅਫਸਰ ਨੇ ਸਾਡੇ। ਮੈਂ ਕਿਹਾ ਬਹੁਤ ਆਫਿਸਰ ਦੀ ਸਾਡੇ ਕੋਲ ਘਾਟ ਨਹੀਂ। ਈਵਨ IAS ਆਫਿਸਰ ਨੇ, ਉਹ ਵੀ ਇੰਟਰਸਟ ਲੈਂਦੇ ਸੀ। ਮੈਂ ਕਿਹਾ ਇਸ ਦੇ ਵਿੱਚ ਜੇ ਤੁਸੀਂ ਚੰਗੇ ਵਿਅਕਤੀਆਂ ਨੂੰ ਅਪੁਆਇੰਟ ਕਰ ਦਿੰਦੇ ਹੈ ਚੰਗਾ ਰਹੇਗਾ। ਅਸੀਂ ਤਾਂ ਸਿਰਫ ਇਹ ਚਾਹੁੰਦੇ ਹਾਂ ਕਿ ਚਲੋ ਇੱਕ ਅਪੁਆਇੰਟਮੈਂਟ ਪੋਲੀਟੀਕਲ ਹੋ ਗਈ ਹੈ ਜਾਂ ਦੂਜੀ ਹੋ ਗਈ, ਕੁਛ ਇਹੋ ਜਿਹੇ ਬੰਦੇ ਵੀ ਤੁਸੀਂ ਅਪੁਆਇੰਟ ਕਰ ਦਿਓ ਤਾਂ ਕਿ ਇੱਕ ਕਮਿਸ਼ਨਰ ਦੀ ਜਿਹੜੀ ਵਰਕਿੰਗ ਹੈ ਉਹ ਵਧੀਆ ਹੋ ਜਾਵੇ। ਅਸੀਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਲਾਓ, ਨੋ ਇਹ ਤਾਂ ਗਵਰਨਮੈਂਟ ਦਾ ਰਾਈਟ ਹੈ ਜੀ। ਗਵਰਨਮੈਂਟ ਜਿਹਨੂੰ ਮਰਜ਼ੀ ਅਪੁਆਇੰਟ ਕਰੇ, ਗਵਰਨਮੈਂਟ ਸੋਚੇ ਕਿਹਨੂੰ ਲਗਾਉਣਾ ਹੈ। ਸਾਡਾ ਤਾਂ ਸਿਰਫ ਮਤਲਬ ਕਹਿਣ ਦਾ ਇੰਨਾ ਕੁ ਹੈ ਕਿ ਤੁਸੀਂ ਜਿਹੜੇ ਲੋਕੀ ਐਸੋਸੀਏਟ ਰਹੇ ਨੇ ਇਸ ਕੰਮ ਦੇ ਨਾਲ, ਜਿਨ੍ਹਾਂ ਲੋਕਾਂ ਨੂੰ ਨੌਲੇਜ ਹੈ, ਉਹਨਾਂ ਲੋਕਾਂ ਦਾ ਤੁਸੀਂ ਫਾਇਦਾ ਉਠਾ ਲਓ। ਫਾਇਦਾ ਉਠਾ ਸਕਦੇ, ਚੰਗੀ ਗੱਲ ਹੈ। ਅਸੀਂ ਕੋਈ ਲੈਣਾ ਦੇਣਾ ਤਾਂ ਇਹਨਾਂ ਕੋਲੋਂ ਹੈ ਨਹੀਂ, ਕੋਈ ਮੋਨੀਟਰੀ ਬੈਨੀਫਿਟ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ। ਅਦਰਵਾਈਜ਼ ਤਾਂ ਅਸੀਂ ਫਿਰ ਉਹਦੇ ਸਾਹਮਣੇ ਕੇਸ ਪੁੱਟ ਅਪ ਕਰੀ ਜਾਣੇ ਨੇ। ਕੰਮ ਤਾਂ ਅਸੀਂ ਲੈਣਾ ਹੀ ਲੈਣਾ ਉਹਨਾਂ ਕੋਲੋਂ। ਸੀ ਇਸ ਕਰਕੇ ਕਮਿਸ਼ਨ ਦਾ ਤਾਂਹੀਓ ਫਾਇਦਾ ਹੋਏਗਾ ਨਾ ਕਿ ਜੇ ਉਹਦੇ ਕੋਲੋਂ ਕੋਈ ਕੰਮ ਵੀ ਲਏਗਾ, ਅਦਰਵਾਈਜ਼ ਤਾਂ ਸੁਸਤੀ ਪੈ ਜਾਂਦੀ ਹੈ। ਫਿਰ ਅਸੀਂ ਤਾਂ ਕੰਮ ਲਵਾਂਗੇ ਕਮਿਸ਼ਨ ਕੋਲੋਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਸ਼ਾਮ ਲਾਲ ਸ਼ਰਮਾ ਜੀ ਦੇ ਨਾਲ, ਜਿਨ੍ਹਾਂ ਨੇ ਮੋਟਾ ਆਈਡੀਆ ਦੇ ਦਿੱਤਾ ਜਿਹੜਾ ਕਮਿਸ਼ਨ ਬਣਾਇਆ ਗਿਆ ਪੰਜਾਬ ਸਟੇਟ ਕਮਿਸ਼ਨ ਫॉर ਜਨਰਲ ਕੈਟਾਗਰੀ, ਉਹਦੇ ਬਾਰੇ ਦੱਸਿਆ ਕਿ ਕਿਵੇਂ ਦਾ ਹੋਏਗਾ ਕਮਿਸ਼ਨ। ਅਤੇ ਹੈੱਡਕੁਆਟਰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਸ ਕਮਿਸ਼ਨ ਦਾ ਹੈੱਡਕੁਆਟਰ ਹੋਏਗਾ, ਜੋ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਸਰਕਾਰ ਵੱਲੋਂ। ਅਤੇ ਸ਼ਰਮਾ ਜੀ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਨਾਲ ਸੰਬੰਧ ਰੱਖਦੇ ਹੋ। ਇਸ ਫੈਡਰੇਸ਼ਨ ਨੇ ਇਸ ਫੈਸਲੇ ਦਾ ਖਾਸ ਤੌਰ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਅਤੇ ਇਹਨਾਂ ਦਾ ਮੰਨਣਾ ਹੈ ਕਿ ਬੜੀ ਲੰਬੀ ਲੜਾਈ ਲੜਨੀ ਪਈ ਇਹਨਾਂ ਨੂੰ। ਕਾਫੀ ਸਮੇਂ ਤੋਂ ਇਹ ਡਿਮਾਂਡ ਸੀਗੀ ਜਨਰਲ ਕੈਟਾਗਰੀ ਦੀ ਕਿ ਕਮਿਸ਼ਨ ਹੈ ਜਿਹੜਾ ਇੱਕ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੌਂਸਟੀਟਿਊਟ ਹੋਣਾ ਚਾਹੀਦਾ, ਅਤੇ ਹੁਣ ਚੰਨੀ ਸਰਕਾਰ ਵੱਲੋਂ ਇਹ ਵੱਡਾ ਡਿਸੀਜਨ ਲਿਆ ਗਿਆ, ਜਿਹਨੂੰ ਇਹ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਨਜ਼ਰ ਆ ਰਹੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।